ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ। ਲਾਈਕ ਕਰਨ ਵਾਲਾ ਕੰਮ ਹੁਣ ਤੁਸੀਂ ਕਰਨ ਲੱਗ ਗਏ ਹੋ। ਇਹਦੇ ਦੋ ਫਾਇਦੇ ਨੇ। ਇੱਕ ਤਾਂ ਦੇਖੋ ਸਾਡਾ ਹੌਸਲਾ ਵੱਧ ਜਾਂਦਾ, ਦੂਜਾ ਤੁਹਾਨੂੰ ਨਿਸ਼ਾਨੀ ਰਹਿ ਜਾਂਦੀ ਵੀ ਆ ਫਲਾਨੇ ਵਾਲਾ ਪ੍ਰੋਗਰਾਮ ਆਪਾਂ ਵੇਖ ਲਿਆ, ਕਿਉਂਕਿ ਉਹ ਜਿਹੜਾ ਅੰਗੂਠੇ ਵਾਲਾ ਬਟਨ ਆ YouTube 'ਤੇ ਨੀਲਾ ਹੋ ਜਾਂਦਾ। ਸੋ ਇੰਨਾ ਵੀ ਨਹੀਂ ਦੱਬਣਾ ਵੀ ਬਹੁਤਾ ਨੀਲ ਪਾ ਲਈਏ ਆਪਾਂ, ਬਟ ਜਿੰਨਾ ਕੁ ਤੁਸੀਂ ਦੱਬਦੇ ਹੋ ਉਹਦੇ ਲਈ ਬਹੁਤ ਮਿਹਰਬਾਨੀ। ਅੱਜ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਉਹਦੇ 'ਚ ਇੱਕ ਹੋਰ ਫਿਲਮੀ ਅਦਾਕਾਰਾ ਹੌਲੀ ਹੌਲੀ ਰਾਜਨੀਤੀ ਦੇ ਗਲਿਆਰਿਆਂ ਵੱਲ ਨੂੰ ਜਾਣ ਲੱਗ ਪਈ ਜਾਂ ਅਗਲੇ ਲਿਜਾਣ ਲੱਗ ਪਏ, ਕਿਉਂਕਿ ਹੁਣ ਜਿਹੜੀ ਚੱਲ ਕੋਈ ਸਿਕਿਉਰਿਟੀ ਆ ਉਹ ਵਧਾ ਦਿੱਤੀ ਗਈ ਹੈ। ਕੌਣ ਆ ਅਤੇ ਕਿਹੜੀ ਸਿਕਿਉਰਿਟੀ ਵਧੀਆ, ਆਪਾਂ ਗੱਲ ਕਰਾਂਗੇ। ਫਿਰ ਆਪਾਂ ਗੱਲ ਕਰਾਂਗੇ ਪਟਨਾ ਸਾਹਿਬ ਦੇ ਜਥੇਦਾਰ ਹੋਰਾਂ ਦੀ, ਕਿਉਂਕਿ ਪਿਛਲੇ ਦਿਨੀ ਜਿਹੜੀਆਂ ਰਾਗੀ ਜਥੇਬੰਦੀਆਂ ਨੇ ਉਹਨਾਂ ਨੇ ਇਲਜ਼ਾਮ ਤਾਂ ਲਾਏ ਸੀ, ਪਰ ਉੱਧਰੋਂ ਵੀ ਉਹਨਾਂ ਨੇ ਆਪਣੇ ਤੌਰ 'ਤੇ ਇੱਕ ਸਜ਼ਾ ਤਨਖਾਹ ਲਾਈ ਹੈ ਕਮੇਟੀ ਮੈਂਬਰ ਨੂੰ। ਉਹ ਕੀ ਕਹਾਣੀ ਆ ਉਹ ਵੀ ਪੁੱਛਾਂਗੇ। ਫਿਰ ਜੇ ਤੁਸੀਂ ਕਿਤੇ ਪਿਛਲੇ ਸਮੇਂ ਦੇ ਦੌਰਾਨ ਭਾਰਤ 'ਚ ਰਹਿੰਦੇ ਆ ਏਅਰ ਇੰਡੀਆ ਦੀ ਕੋਈ ਟਿਕਟ ਬੁੱਕ ਕਰਾਈ ਆ ਅਤੇ ਤੁਹਾਨੂੰ ਜਦ ਲੱਗਦਾ ਕਿ ਫਲਾਈਟ ਤਾਂ ਗਈ ਨਹੀਂ ਅਤੇ ਰਿਫੰਡ ਚਾਹੀਦਾ, ਅਤੇ ਹੁਣ ਸਰਕਾਰ ਕਹਿੰਦੀ ਕਿ ਪੂਰਾ ਦੇ ਦੇਣਾ। ਇਸ ਤੋਂ ਇਲਾਵਾ ਟਰੰਪ ਹੋਰਾਂ ਦੀ ਗੱਲ ਵੀ ਕਰ ਲਵਾਂਗੇ, ਕਿਉਂਕਿ ਉਹਦੀ ਜਿੱਤ ਲਈ ਹੁਣ ਉਸਾਮਾ ਬਿਨ ਲਦੇਨ ਦੀ ਭਤੀਜੀ ਕਹਿੰਦੀ ਹੈ ਵੀ ਜਿਤਾਓ ਇਹਨੂੰ, ਕਿਉਂਕਿ ਗੱਲ ਤਾਂ ਸਮਝਣ ਵਾਲੀ ਹੈ ਉਸਾਮਾ ਬਿਨ ਲਦੇਨ ਦੀ ਭਤੀਜੀ ਵਾਲੀ। ਹੋਰ ਕਿਹੜੀ ਗੱਲਬਾਤ ਆ ਆਪਾਂ ਸਾਰੀਆਂ ਕਰਾਂਗੇ। ਫਿਲਹਾਲ ਆਪਾਂ ਪਨੂ ਸਾਹਿਬ ਦਾ ਸਵਾਗਤ ਕਰਦੇ ਹਾਂ। ਪਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਹੁਣ ਸਭ ਪਹਿਲੀ ਗੱਲ ਤਾਂ ਮੈਨੂੰ ਤੁਸੀਂ ਕਹਿਣਾ ਪਤਾ ਨਹੀਂ ਮੈਂ ਕਿਹੜੀ ਗੱਲ ਛੇੜ ਕੇ ਬਹਿ ਗਿਆ, ਪਰ ਇਹ ਸਮਝਾਓ ਕਿ ਮੋਦੀ ਸਾਹਿਬ ਪਿਛਲੇ ਸਮੇਂ 'ਚ ਨਾ ਬਹੁਤ ਅਜੀਬੋ ਗਰੀਬ ਕੰਮ ਨੌਜਵਾਨਾਂ ਨੂੰ ਦੱਸਦੇ ਰਿਹਾ ਕਰਨ ਦੇ ਲਈ ਵੀ ਬੇਰੁਜ਼ਗਾਰੀ ਆ, ਵੀ ਕੁਝ ਓੜ ਪੋੜ ਕਰ ਲਓ। ਪਕੌੜੇ ਤਲ ਆ ਪਕੌੜਿਆਂ ਦਾ ਮੈਨੂੰ ਲੱਗਦਾ ਜਿਹੜੀ ਹੁਣ ਮੈਂ ਗੱਲ ਕਰਨ ਲੱਗਾ ਇਹਦੀ ਜ਼ਿਆਦਾ ਛੇੜ ਪੈ ਜਾਣੀ ਆ। ਹਿਸਾਰ ਦੇ ਕੋਲ ਕਹਿੰਦੇ ਆ ਵੀ ਖੋਤੀਆਂ ਦਾ ਡੇਅਰੀ ਫਾਰਮ ਬਣਾਉਣ ਲੱਗੇ ਆ, 10 ਖੋਤੀਆਂ ਰੱਖ ਲੈਣੀਆਂ ਅਤੇ ਉਦੋਂ ਬਾਅਦ ਕਹਿੰਦੇ ਖੋਤੀ ਦੇ ਦੁੱਧ ਨਾਲ ਇਮਿਊਨਿਟੀ ਬੜੀ ਵੱਧਦੀ ਆ। ਅਤੇ ਉਹ ਜਦੋਂ ਇੱਕ ਵਾਰ ਛੇੜ ਛਿੜ ਗਈ ਅਤੇ ਫਿਰ ਨੌਜਵਾਨਾਂ ਨੂੰ ਇਹੋ ਕਹਿਣਾ ਵੀ ਚੱਲ ਕੋਈ ਨਹੀਂ ਵਿਹਲਾ ਅਤੇ ਸਿਰ ਮਨਾਰਾ ਅਤੇ ਖੋਤੀਆਂ ਚਾਰਿਆ ਕਰ। ਮੈਨੂੰ ਲੱਗਦਾ ਕਿ ਇਹ ਜਿਹੜਾ ਫਾਰਮੂਲਾ ਜੀ ਸ਼ੁਰੂ ਤਾਂ ਹੋਇਆ ਹਿਸਾਰ ਤੋਂ, ਜੀ ਹਰਿਆਣੇ ਤੋਂ, ਪਰ ਇਹਦੀ ਜੜ ਜਿਹੜੀ ਆ ਉਹ ਗੁਜਰਾਤ ਵਿੱਚ। ਅੱਛਾ ਜੀ। ਪ੍ਰਧਾਨ ਮੰਤਰੀ ਜਦੋਂ ਦੇ ਗੁਜਰਾਤ ਤੋਂ ਬਣੇ ਨੇ ਨਰਿੰਦਰ ਮੋਦੀ ਸਾਹਿਬ, ਉਦੋਂ ਦੇ ਅਫਸਰ ਵੀ ਬਹੁਤੇ ਚੁਣ ਚੁਣ ਕੇ ਗੁਜਰਾਤ ਤੋਂ ਆਉਣ ਲੱਗ ਪਏ ਨੇ ਜੀ। ਮੈਨੂੰ ਲੱਗਦਾ ਕਿਤੇ ਕਣਕ ਦਾ ਬੀਜ ਵੀ ਉੱਥੋਂ ਨਾ ਸਮਝ ਲੈਣਾ ਪਵੇ। ਕਈ ਫਾਰਮੂਲੇ ਗੁਜਰਾਤ ਦੇ ਚੱਲਣ ਲੱਗ ਪਏ ਜੀ। ਗੁਜਰਾਤ ਦੇ ਵਿੱਚ ਗਧਿਆਂ ਦੀ ਇੱਕ ਕਿਸਮ ਆ ਹਿਲਾਰੀ ਜੀ। ਸਪੈਲਿੰਗ ਜਿਹੜੇ ਉਹ ਜੇ ਥੋੜ੍ਹਾ ਜਿਹਾ ਲਾਪਰਵਾਹੀ ਨਾ ਪੜੋ ਤੇ ਹਿਲਰੀ ਜਾਂ ਹਲੇਰੀ ਬਣ ਜਾਂਦੇ ਨੇ। ਜੀ ਜੀ। ਉਹ ਜਿਹੜੇ ਹਿਲਾਰੀ ਨਸਲ ਹੈ ਗਧਿਆਂ ਦੀ, ਉਹ ਗਧੀਆਂ ਦੁੱਧ ਕਾਫੀ ਦਿੰਦੀਆਂ ਨੇ ਜੀ। ਬਾਕੀਆਂ ਨਾਲੋਂ, ਰਾਜਸਥਾਨ ਦੀਆਂ ਗਧੀਆਂ ਨਾਲੋਂ ਗੁਜਰਾਤ ਦੀਆਂ ਗਧੀਆਂ ਦਾ ਦੁੱਧ ਵਧੀਆ। ਦੂਜਾ ਜਿਹੜਾ ਨੈਸ਼ਨਲ ਹਾਰਸ ਰਿਸਰਚ ਸੈਂਟਰ ਹੈ ਹਿਸਾਰ ਦਾ, ਜੀ, ਉਹਨਾਂ ਦੀ ਖੋਜ ਇਹ ਕਹਿੰਦੀ ਆ ਕਿ ਹਿਲਾਰੀ ਗਧੀਆਂ ਦੇ ਦੁੱਧ ਵਿੱਚ ਐਲਰਜੀ ਹੈ ਨਹੀਂ ਜੀ, ਤੇ ਐਨਰਜੀ ਹੈਗੀ ਆ ਜੀ। ਯਾਨੀ ਕਿਸੇ ਕਿਸਮ ਦਾ ਉਹਦਾ ਕੋਈ ਨੁਕਸ ਨਹੀਂ ਪੈਂਦਾ ਤੇ ਫਾਇਦਾ ਹੁੰਦਾ। ਕਈ ਬੱਚਿਆਂ ਨੂੰ ਗਾਂ ਦੇ, ਮੱਝ ਦੇ ਦੁੱਧ ਨਾਲ ਐਲਰਜੀ ਹੁੰਦੀ ਆ ਜੀ। ਉਹਨਾਂ ਨੂੰ ਬੱਕਰੀ ਦਾ ਦੁੱਧ ਦਿਓ ਤੇ ਠੀਕ ਹੁੰਦਾ। ਕਈਆਂ ਨੂੰ ਬੱਕਰੀ ਦੇ ਦੁੱਧ ਤੋਂ ਵੀ ਐਲਰਜੀ ਆ, ਉਹਨਾਂ ਨੂੰ ਭੇਡ ਦਾ ਦੁੱਧ ਠੀਕ ਰਹਿੰਦਾ। ਔਰ ਕਈ ਮਾਪੇ ਫਿਰ ਉਚੇਚੇ ਤੌਰ 'ਤੇ ਡੱਬਾ ਬੰਦ ਭੇਡ ਦਾ ਦੁੱਧ ਮੰਗਾਉਣ ਲੱਗ ਪੈਂਦੇ ਆ। ਜੀ। ਰਾਜਸਥਾਨ 'ਚ ਕਿਹਾ ਜਾਂਦਾ ਕਿ ਜਿਹਨੂੰ ਹੋਰ ਕੋਈ ਦੁੱਧ ਸੂਟ ਨਹੀਂ ਕਰਦਾ ਉਹਨੂੰ ਊਠਣੀ ਦਾ ਦੁੱਧ ਦਿਓ। ਆਹ ਜਿਹੜੇ ਯੂਰਪੀ ਦੇਸ਼ ਹੈ ਇਹਨਾਂ 'ਚੋਂ ਕਈ ਦੇਸ਼ਾਂ 'ਚ ਘੋੜੀ ਦਾ ਦੁੱਧ ਵੀ ਵਰਤਿਆ ਜਾਂਦਾ। ਜੀ। ਇਹ ਮੇਰਾ ਖਿਆਲ, ਮੈਨੂੰ ਨਹੀਂ ਪਤਾ ਹੋਰ ਵੀ ਕਿਸੇ ਦੇਸ਼ ਵਿੱਚ ਹੋਵੇ ਗਧੀਆਂ ਦਾ ਦੁੱਧ ਵੇਚਣ ਦੀ ਡੇਅਰੀ, ਪਰ ਇਸ ਵੇਲੇ ਪਹਿਲੀ ਡੇਅਰੀ ਜਿਹੜੀ ਇੱਥੇ ਬਣਨ ਲੱਗੀ ਭਾਰਤ ਵਿੱਚ, ਉਹ ਹਰਿਆਣੇ ਦੀ ਸਰਕਾਰ ਬਣਾਉਣ ਲੱਗੀ ਹੈ। ਜੀ। ਗਧੀਆਂ ਨਸਲ ਜਿਹੜੀ ਆ ਉਹ ਗੁਜਰਾਤ ਦੀ ਹੋਏਗੀ, ਕਿਉਂਕਿ ਗੁਜਰਾਤ ਰਾਹ ਵਿਖਾਉਂਦਾ ਨਾ। ਗੁਜਰਾਤ ਮਾਡਲ ਕਈ ਲੋਕ ਕਹਿੰਦੇ ਕਿ ਅੱਡ ਥਾਵਾਂ 'ਤੇ ਲਾਗੂ ਕਰਨਾ। ਮੈਨੂੰ ਨਹੀਂ ਪਤਾ ਗੁਜਰਾਤ ਵਿੱਚ ਗਧੀਆਂ ਦੇ ਦੁੱਧ ਦੀ ਡੇਅਰੀ ਹੈ ਕਿ ਨਹੀਂ ਹੈ। ਜੀ ਜੀ। ਪਰ ਜਿਹੜੀ ਖਬਰ ਆਈ ਆ ਇਹ ਪਹਿਲਾਂ ਮਾਰਚ ਵਿੱਚ ਆਈ ਸੀ, ਫਿਰ ਅਪ੍ਰੈਲ 'ਚ। ਹੁਣ ਅਪ੍ਰੈਲ ਤੋਂ ਬਾਅਦ ਮੈਨੂੰ ਲੱਗਦਾ ਉੱਦਾਂ ਤਾਂ ਸਾਰੇ ਦੇਸ਼ 'ਚ ਲਾਕਡਾਊਨ ਚੱਲਦਾ, ਪਰ ਇਸ ਮਾਮਲੇ 'ਚ ਕੋਈ ਚੰਗੀ ਚੋਖੀ ਰਿਸਰਚ ਹੋਈ ਜਾਪਦੀ ਆ। ਥੋੜ੍ਹੇ ਚਿਰ ਤੱਕ ਵੇਖਿਓ, ਅਸੀਂ ਮਤਲਬ ਹੁਣ ਉਹ ਦਿਨ ਆ ਗਏ ਜਿੱਥੇ ਅਸੀਂ ਹੁਣ ਗਧਿਆਂ ਦੇ ਵੀ ਗੁਣ ਗਾਇਆ ਕਰਾਂਗੇ। ਨਹੀਂ, ਪਰ ਬੜੀ ਹੈਰਾਨੀ ਵਾਲੀ ਗੱਲ ਹੈ ਨਾ, ਜੇ ਕੋਈ ਬੰਦਾ ਥੋੜ੍ਹਾ ਜਿਹਾ ਦਿਮਾਗੋ ਹੋ ਜਾਵੇ ਤਾਂ ਤੂੰ ਖੋਤੀ ਦਾ ਖੋਤਾ ਰਹਿਣਾ, ਅਤੇ ਗਾਂਹ ਕਹਿੰਦੇ ਵੀ ਖੋਤੀ ਦਾ ਦੁੱਧ ਪੀਓ ਤਾਂ ਫਿਰ ਦਿਮਾਗ ਬੜਾ ਤੇਜ਼ ਹੁੰਦਾ, ਇਮਿਊਨਿਟੀ ਵੱਧ ਜਾਂਦੀ ਹੈ। ਦੋਵੇਂ ਚੀਜ਼ਾਂ ਕੰਟਰਾਡਿਕਟਰੀ ਨਹੀਂ ਹੈਗੀਆਂ। ਪਤਾ ਨਹੀਂ, ਅੱਗੇ ਉੱਧਰ ਇੱਕ ਅਫਰੀਕੀ ਦੇਸ਼ ਤੋਂ ਗਧੇ ਜਿਹੜੇ ਸੀ ਜੀ, ਉਹ ਚੀਨ ਨੂੰ ਭੇਜੇ ਜਾਂਦੇ ਸੀ, ਕਿਉਂਕਿ ਗਧਿਆਂ ਦੇ ਵਿੱਚੋਂ ਕਈ ਕਿਸਮ ਦੀ ਦਵਾਈ ਬਣਦੀ ਸੀ ਜੀ, ਉਹਨਾਂ ਦੇ ਬਲੱਡ ਵਿੱਚੋਂ ਵੀ, ਉਹਨਾਂ ਦੀਆਂ ਕਈ ਚੀਜ਼ਾਂ 'ਚੋਂ। ਫਿਰ ਪਤਾ ਲੱਗਾ ਕਿ ਪਾਕਿਸਤਾਨ ਸਰਕਾਰ ਨੇ ਚੀਨ ਨੂੰ ਗਧੇ ਐਕਸਪੋਰਟ ਕਰਨੇ ਸ਼ੁਰੂ ਕੀਤੇ। ਹੁਣ ਉਹ ਜਿਹੜੀਆਂ ਦਵਾਈਆਂ ਚੀਨ ਵਾਲੇ ਬਣਾਉਂਦੇ ਹੋਰ ਕਿਸੇ ਦੇਸ਼ 'ਚ ਬਣਦੀਆਂ ਨਹੀਂ ਜੀ। ਜੇ ਕਿਤੇ ਚੀਨ ਨਾਲ ਸੰਬੰਧ ਨਾ ਵਿਗੜੇ ਹੁੰਦੇ ਤਾਂ ਹੋ ਸਕਦਾ ਹਿਸਾਰ ਤੋਂ ਸੱਦਾ ਹੀ ਦੇ ਦਿੰਦੇ ਕਿ ਸਾਰੇ ਦੇਸ਼ 'ਚ ਗਧੇ ਤੁਸੀਂ ਰੱਖ ਲਓ, ਨਾ ਆਪਾਂ ਚੀਨ ਨੂੰ ਭੇਜਿਆ ਕਰਨੇ ਆ, ਅਤੇ ਲੋਕ ਗਧੇ ਰੱਖ ਲੈਂਦੇ
ਤੇ ਮਗਰੋਂ ਕਹਿੰਦੇ ਜੀ ਗਧਿਆਂ ਦੀ ਤੇ ਕੋਈ ਘੱਟੋ ਘੱਟ ਸਪੋਰਟ ਪ੍ਰਾਈਸ ਹੈ ਨਹੀਂ ਗੀ, ਉਹ ਅਸੀਂ ਤੇ ਕਣਕ ਤੇ ਝੋਨੇ ਦੀ ਵੀ ਖਤਮ ਕਰਤੀ ਹੈ ਜੀ ਤੇ ਚੀਨ ਨੂੰ ਗਧੇ ਕਿੰਨੇ ਭੇਜਣੇ, ਹੁਣ ਤੁਸੀਂ ਆਪੋ ਆਪਣੇ ਦੱਸੋ ਨਾ ਕੀ ਕਰਨਾ। ਫਿਰ ਮੁੜ ਕੇ ਸੜਕਾਂ ਉੱਤੇ ਅੱਗੇ ਗਾਵਾਂ ਤੁਰੀਆਂ ਫਿਰਦੀਆਂ, ਜੀ ਲੋਕੀ ਉਹਨਾਂ ਤੋਂ ਤੰਗ ਹੁੰਦੇ ਨੇ, ਪਰ ਉਹ ਕਹਿੰਦੇ ਕਹਿਣਾ ਕੁਛ ਨਹੀਂ, ਜੀ ਮੁੜ ਕੇ ਗਧੇ ਵੀ ਤੁਰੇ ਫਿਰਨੇ ਸੀ। ਪਤਾ ਨਹੀਂ ਚਲੋ ਇਹ ਸਮਾਜ ਪਤਾ ਨਹੀਂ ਤਰੱਕੀ ਕਰ ਰਿਹਾ ਕੀ ਕਰ ਰਿਹਾ, ਮੈਨੂੰ ਨਹੀਂ ਪਤਾ, ਪਰ ਜੋ ਵੀ ਕਰ ਰਿਹਾ ਮੇਰੇ ਸਮਝ ਤੋਂ ਬਾਹਰ ਹੈ। ਚਲੋ ਇਹ ਸਾਰਿਆਂ ਦੀ ਸਮਝੋਂ ਬਾਹਰ ਆ। ਇੱਕ ਹੋਰ ਚੀਜ਼, ਮੋਦੀ ਸਾਹਿਬ ਦਾ ਬੜਾ ਫੇਵਰਟ ਪ੍ਰੋਜੈਕਟ ਸੀਗਾ ਅਹਿਮਦਾਬਾਦ ਮੁੰਬਈ ਬੁਲੇਟ ਟ੍ਰੇਨ ਚਲਾਉਣੀ ਸੀ ਉਹਨਾਂ ਨੇ, ਤੇ ਉਹ ਵੀ ਕਹਿੰਦੇ ਵੀ ਵਿੱਚ ਹੀ ਰਹਿ ਗਿਆ ਕੰਮ, ਉਹਨੂੰ ਕੀ ਹੋ ਗਿਆ ਜੀ? ਉਹਦੇ 'ਚ ਕਈ ਸਮੱਸਿਆਵਾਂ ਨੇ। ਪਹਿਲੀ ਸਮੱਸਿਆ ਤਾਂ ਇਹ ਆ ਕਿ ਜਿੱਥੋਂ ਦੀ ਉਹ ਲੰਘਣਾ ਰਸਤੇ ਜਿਹੜੀਆਂ ਜ਼ਮੀਨਾਂ ਆਉਂਦੀਆਂ, ਜ਼ਮੀਨਾਂ ਦੇ ਮਾਲਕਾਂ ਨੇ ਬਹੁਤ ਸਾਰੇ ਕੇਸ ਕਰਤੇ, ਉਹ ਜ਼ਮੀਨਾਂ ਦੇਣ ਨੂੰ ਤਿਆਰ ਨਹੀਂ ਜੀ। ਉਹ ਚਾਹੁੰਦੇ ਜੇ ਬੁਲੇਟ ਟ੍ਰੇਨ ਇੱਥੋਂ ਲੰਘਣੀ ਆ ਤੇ ਸਾਡੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਰੇਟ ਵੀ ਫਿਰ ਚੋਖੇ ਦਿਓ ਜੀ। ਅੱਜ ਕੱਲ੍ਹ ਤਾਂ ਇੱਥੇ ਸੜਕ ਬਣਨੀ ਹੋਵੇ, ਐਕਸਪ੍ਰੈਸ-ਵੇ ਬਣਨਾ ਹੋਵੇ ਜੀ ਤੇ ਇੰਨੇ ਰੇਟ ਮਿਲਦੇ ਆ। 20 ਸਾਲ ਪਹਿਲਾਂ ਕਿਤੇ ਸੜਕ ਬਣਨੀ ਹੁੰਦੀ ਸੀ ਤੇ ਜਿੱਥੋਂ ਦੀ ਲੰਘਣੀ ਆ ਉਸ ਪਿੰਡ ਵਾਲਿਆਂ ਦੀ ਰੋਟੀ ਛੁੱਟ ਜਾਂਦੀ ਸੀ ਜੀ, ਕਿਉਂਕਿ ਪਿਛਲੇ 3 ਸਾਲਾਂ ਦੀਆਂ ਰਜਿਸਟਰੀਆਂ ਦੀ ਐਵਰੇਜ ਕਰਕੇ ਤੇ ਪੈਸੇ ਦਿੰਦੇ ਸੀ। ਜਿਹੜੇ ਪਿੰਡ 'ਚ 25 ਲੱਖ ਰੁਪਇਆ ਕਿੱਲੇ ਦਾ ਚੱਲਦਾ ਹੋਵੇ, ਰਜਿਸਟਰੀ 5 ਲੱਖ ਦੀ ਵੀ ਨਹੀਂ ਸੀ ਹੁੰਦੀ ਜੀ ਤੇ 3 ਸਾਲਾਂ ਦੀ ਐਵਰੇਜ ਜਿਹੜੀ ਜਦੋਂ 5 ਲੱਖ ਦੀ ਆਉਂਦੀ ਸੀ ਤੇ ਬਾਕੀ ਪੈਸੇ ਸਰਕਾਰ ਨਹੀਂ ਸੀ ਦਿੰਦੀ। ਹੁਣ ਉਲਟਾ ਹੋ ਗਿਆ, ਜੇ 25 ਲੱਖ ਰੇਟ ਚੱਲਦਾ ਤੇ ਉਹ ਪਤਾ ਨਹੀਂ ਕਿਸ ਤਰ੍ਹਾਂ ਵਧਾਉਂਦੇ ਆ, 50-50 ਲੱਖ ਤੱਕ ਚੱਲ ਜਾਂਦਾ ਐਕਸਪ੍ਰੈਸ ਵੇ ਵਾਸਤੇ ਜੀ। ਤੇ ਉਹ ਲੋਕੀ ਇਹ ਕੋਸ਼ਿਸ਼ ਕਰਦੇ ਆ ਕਿ ਸਾਡੀ ਜ਼ਮੀਨ ਉੱਚ ਪੈ ਜੇ, ਔਰ ਉਹ ਜਿੱਥੇ ਜਾ ਕੇ ਜੰਕਸ਼ਨ ਬਣਦਾ ਉੱਥੋਂ ਪਹਿਲਾਂ ਇੱਕ ਸੜਕ ਲੰਘ ਗਈ, ਉਸ ਪਰਿਵਾਰ ਵਾਲਿਆਂ ਨੂੰ ਪੈਸੇ ਮਿਲ ਗਏ, ਫਿਰ ਦੂਜੀ ਵੀ ਉੱਥੇ ਆ ਜੁੜੀ ਪੈਸੇ ਮਿਲ ਗਏ, ਫਿਰ ਤੀਸਰੀ ਵੀ, ਉਹ ਜੰਕਸ਼ਨ ਬਣਦਿਆਂ ਉਹ ਪਰਿਵਾਰ ਮਿੱਲ ਦਾ ਮਾਲਕ ਬਣ ਜਾਂਦਾ। ਅੱਛਾ, ਇਹ ਜਿਹੜੀ ਉੱਥੇ ਬੁਲਟ ਟ੍ਰੇਨ ਲੰਘਣੀ ਆ ਜੀ, ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਉਹਦੇ 'ਚ ਆਉਣੀਆਂ, ਉਹਨਾਂ 'ਚ ਬਹੁਤ ਸਾਰਿਆਂ ਨੇ ਕੋਰਟਾਂ 'ਚ ਕੇਸ ਕਰ ਦਿੱਤੇ, ਅਦਾਲਤਾਂ 'ਚ ਕੇਸ ਕਰਤੇ ਕਿ ਸਾਡੇ ਜ਼ਮੀਨਾਂ ਦੇ ਪੈਸੇ ਸਾਨੂੰ ਘੱਟ ਮਿਲਦੇ, ਸਾਨੂੰ ਪੂਰੇ ਦਵਾਈ ਜਾਣ। ਜੀ ਦੂਸਰੇ ਪਾਸੇ ਜਿਹੜੀ ਜਾਪਾਨ ਦੀ ਕੰਪਨੀ ਨੇ ਇਹਨੂੰ ਫੰਡਿੰਗ ਕਰਨੀ ਸੀ, ਪੈਸਾ ਦੇਣਾ ਸੀ, ਉਹ ਕੰਪਨੀ ਪੈਸਾ ਦੇਣ ਤੋਂ ਹੱਥ ਖਿੱਚਣ ਲੱਗ ਪਈ। ਉਹਨੂੰ ਲੱਗਦਾ ਕਿ ਭਾਰਤ ਵਿੱਚ ਇਹ ਪ੍ਰੋਜੈਕਟ ਸਿਰੇ ਚੜ੍ਹਨਾ ਇੰਨਾ ਸੌਖਾ ਨਹੀਂ। ਸੌਖਾ ਇਸ ਕਰਕੇ ਨਹੀਂ ਕਿ ਇੱਥੇ 100 ਕਿਸਮ ਦੇ ਰਿੜਕੇ ਪੈਂਦੇ ਨੇ ਜੀ, ਲੋਕਾਂ ਦੀ ਐਜੀਟੇਸ਼ਨਾਂ ਵੀ ਨੇ। ਸਰਕਾਰ ਵੀ, ਜੇ ਕੱਲ੍ਹ ਨੂੰ ਸਰਕਾਰ ਹੀ ਬਦਲ ਜਾਵੇ ਤਾਂ ਪਤਾ ਨਹੀਂ ਨਵੀਂ ਸਰਕਾਰ ਆ ਕੇ ਕੀ ਫਾਰਮੂਲਾ ਅਪਣਾਵੇ ਤੇ ਕਹਿ ਦਿੱਤਾ ਕਿ 50 ਸਾਲਾਂ ਤੱਕ ਕਰਜ਼ਾ ਮੋੜਨਾ ਨਹੀਂ ਜੀ, ਤੇ 50 ਸਾਲਾਂ ਬਾਅਦ ਕਿਹਦੀ ਸਰਕਾਰ ਹੈ ਪਤਾ ਕੋਈ ਨਹੀਂ। ਬਿਲਕੁਲ ਜਿਹੜੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਆਖਿਆ ਸੀ ਕਿ ਮੈਂ ਪ੍ਰੋਜੈਕਟ ਸਿਰੇ ਚੜੂੰਗਾ, ਉਹ ਤਾਂ ਅਸਤੀਫਾ ਦੇ ਗਿਆ। ਜੀ, ਦੂਜਾ ਆ ਕੇ ਕੀ ਕਰੂ ਕਿਸੇ ਨੂੰ ਪਤਾ ਨਹੀਂ। ਇੱਕ ਗੱਲ ਹੋਰ ਹੈ ਕਿ ਜਿੱਥੋਂ ਇਹ ਬੁਲਟ ਟ੍ਰੇਨ ਸਮੁੰਦਰ ਦੇ ਥੱਲੇ ਉਹਦੀ ਕੱਢਣੀ ਹੈ, ਉਸ ਥਾਂ ਤੇ ਜਾ ਕੇ ਵੀ ਡਿੱਕਾ ਪੈ ਰਿਹਾ, ਕਿਉਂਕਿ ਉਹ ਕਹਿੰਦੇ ਆ ਕਿ ਉੱਥੋਂ ਜਾ ਕੇ ਜ਼ਮੀਨ ਦੇ ਵਿੱਚ ਜਿਹੜਾ ਸਰਵੇ ਆ ਉਹ ਕਰਨ 'ਚ ਸਮੱਸਿਆਵਾਂ ਆ ਰਹੀਆਂ। ਇਹਦਾ ਕਰਕੇ ਉਹ ਜਿਹੜੀ ਆ ਉਹਦਾ ਕੰਮ ਤਾਂ ਹਾਲ ਦੀ ਘੜੀ ਰੁਕਿਆ ਪਿਆ ਜੀ। ਪਰ ਇੱਥੋਂ ਦਿੱਲੀ ਤੋਂ ਉਸੇ ਹੀ ਅਹਿਮਦਾਬਾਦ ਨੂੰ ਦੂਸਰੀ ਬੁਲਟ ਟ੍ਰੇਨ ਵਾਸਤੇ ਕੰਮ ਸਰਵੇ ਸ਼ੁਰੂ ਕਰ ਦਿੱਤਾ ਗਿਆ, ਔਰ ਇਸ ਤੋਂ ਬਾਅਦ ਤੀਸਰੀ ਦਿੱਲੀ ਅੰਮ੍ਰਿਤਸਰ ਬੁਲਟ ਟ੍ਰੇਨ, ਉਹਦੇ ਵਾਸਤੇ ਪਲਾਨ ਬਣਾਉਣਾ ਸ਼ੁਰੂ ਕਰ ਦਿੱਤਾ, ਸਰਵੇ ਨਹੀਂ ਅਜੇ, ਪਲਾਨ, ਯਾਨੀ ਉਹ ਬਣਦੀ ਪਈ ਰੁਕ ਗਈ ਆ। ਦੂਸਰੀ ਦਾ ਸਰਵੇ ਸ਼ੁਰੂ ਕਰਤਾ, ਤੀਸਰੀ ਪਲਾਨ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦ ਤੱਕ ਪਹਿਲੀ ਨਹੀਂ ਸਿਰੇ ਚੜ੍ਹਦੀ ਕਹਿੰਦੇ ਅਸੀਂ 22 ਤੱਕ ਚੜ੍ਹਾ ਦੇਣੀ, ਫਿਰ ਕਹਿੰਦੇ 24 ਤੱਕ ਚੜ੍ਹਾ ਦੇਣੀ। ਹੁਣ ਸਮਝਿਆ ਜਾਂਦਾ ਕਿ 24 ਛੱਡ ਦਿਓ, ਇਹ ਤਾਂ 29 ਤੱਕ ਵੀ ਚੜ੍ਹ ਜਾਵੇ ਤੇ ਬੜੀ ਖੁਸ਼ੀ ਵਾਲੀ ਗੱਲ ਹੋਊ। ਅੱਛਾ, ਆਪਾਂ ਕੰਗਣਾ ਰਣੌਤ ਦੀ ਗੱਲ ਕਰ ਲਈਏ ਜੀ, ਕਿਉਂਕਿ ਉਹਨੂੰ ਪਹਿਲਾਂ ਤਾਂ ਹਿਮਾਚਲ ਸਰਕਾਰ ਨੇ ਦਿੱਤੀ ਸਿਕਿਉਰਿਟੀ ਤੇ ਹੁਣ ਕੇਂਦਰ ਸਰਕਾਰ ਨੇ ਵਾਈ ਸਿਕਿਉਰਿਟੀ ਦੇ ਦਿੱਤੀ, ਵਾਈ ਕੈਟਾਗਰੀ ਦੀ ਸਿਕਿਉਰਿਟੀ। ਜਿਹੜਾ ਉਹ ਰੌਲਾ ਹੈ ਤਾਂ ਸੋਸ਼ਲ ਮੀਡੀਆ ਦੇ ਉੱਪਰ ਸੰਜੇ ਰਾਉਤ ਦੇ ਨਾਲ ਰੌਲਾ ਪਿਆ ਕਿਉਂ, ਤੇ ਅਚਾਨਕ ਤੋਂ ਬੀਜੇਪੀ ਜਿਵੇਂ ਉਹਦੀ ਬੈਕ ਤੇ ਆਈ ਆ ਕੰਗਣਾ ਰਣੌਤ ਦੀ, ਫਿਊਚਰ ਜਾਂ ਜਿਹਨੂੰ ਆਪਾਂ ਫਟੂਰੇ ਕਹਿ ਦਿੰਦੇ, ਫਿਰ ਸਿਆਸਤ 'ਚ ਦੇਖਦੇ ਹੁੰਦਾ। ਦੇਖੋ, ਕੁਝ ਲੋਕ ਆ ਉਹਨਾਂ ਦੇ ਇਸ਼ਾਰੇ ਮਿਲ ਜਾਂਦੇ ਆ। ਜਦੋਂ ਪਰੇਸ਼ ਰਾਵਲ ਨੇ ਕਹਿਣਾ ਸ਼ੁਰੂ ਕੀਤਾ ਸੀ ਇਹ ਸਰਕਾਰ ਕੁਛ ਨਹੀਂ ਕਹੇਗੀ, ਨਰਿੰਦਰ ਮੋਦੀ ਠੀਕ ਹੈ, ਉਦੋਂ ਹੀ ਲੋਕਾਂ ਨੇ ਕਹਿ ਦਿੱਤਾ ਸੀ ਰਾਜਨੀਤੀ ਜਾਓ ਜੀ। ਅਨੂਪਮ ਖੇਰ ਵਾਜਪਾਈ ਸਰਕਾਰ ਵੇਲੇ ਉੱਭਰਿਆ, ਹਰਕਿਸ਼ਨ ਸਿੰਘ ਸਰਜੀਤ ਦੇ ਖਿਲਾਫ ਬੋਲਿਆ, ਕੇਸ ਹੋਏ ਅਦਾਲਤਾਂ ਤੱਕ ਗਏ, ਸਰਜੀਤ ਸਾਹਿਬ ਜੀ ਦੇ ਖਿਲਾਫ ਬੋਲੇ। ਉਦੋਂ ਹੀ ਅਸੀਂ ਕਿ ਪਰਿਵਾਰ ਨੂੰ ਰਾਜਨੀਤੀ 'ਚ ਆਓ ਜੀ। ਉਹਦੀ ਪਤਨੀ ਪਾਰਲੀਮੈਂਟ ਮੈਂਬਰ ਬਣੀ, 2 ਵਾਰ ਬਣ ਗਈ, ਹੁਣ ਕਹਿੰਦੇ ਤੀਜੀ ਪੀੜ੍ਹੀ ਦੀ ਤਿਆਰੀ ਹੈ ਜੀ। ਇਹ 'ਚੋਂ ਪਤਾ ਲੱਗ ਜਾਂਦਾ, ਕੁਝ ਇਸ਼ਾਰੇ ਮਿਲ ਜਾਂਦੇ ਆ। ਇੱਦਾਂ ਦੇ ਇਸ਼ਾਰੇ ਉਦੋਂ ਵੀ ਮਿਲੇ ਸੀ ਜਦੋਂ ਸਾਡੇ 2 ਖਿਡਾਰੀਆਂ ਨੇ ਇਹੋ ਜਿਹੀ ਬਿਆਨਬਾਜ਼ੀ ਕੀਤੀ ਸੀ, ਜਿਹੜੀ ਬਿਆਨਬਾਜ਼ੀ ਬੀਜੇਪੀ ਦੇ ਪੱਖ 'ਚ ਜਾਂਦੀ ਸੀ ਤੇ ਬੀਜੇਪੀ ਨੇ ਫਟਾਫਟ ਟਿਕਟਾਂ ਦੇ ਕੇ ਪਾਰਲੀਮੈਂਟ 'ਚ ਪਹੁੰਚਾ ਦਿੱਤੇ ਜੀ। ਜਦੋਂ ਅਜ਼ਰੂਦੀਨ ਕੇਸਾਂ 'ਚ ਫਸ ਗਿਆ, ਕ੍ਰਿਕਟ ਦੀ ਖੇਡ ਛੱਡਣੀ ਪਈ ਤੇ ਉਹਨੇ ਇੱਕ ਪਾਰਟੀ ਦੇ ਲੀਡਰਾਂ ਨਾਲ ਮਿਲ ਕੇ ਤੇ ਦੂਸਰਿਆਂ ਦੇ ਖਿਲਾਫ ਦੋਸ਼ ਲਾਉਣੇ ਸ਼ੁਰੂ ਕਰਤੇ ਕਿ ਮੇਰਾ ਵਿਰੋਧ ਇਸ ਕਰਕੇ ਕੀਤਾ ਕਿਉਂਕਿ ਮੈਂ ਮੁਸਲਮਾਨ ਹਾਂ, ਤੇ ਉਸ ਪਾਰਟੀ ਨੇ ਟਿਕਟ ਦੇ ਦਿੱਤੀ, ਉੱਥੋਂ ਦੇ ਦਿੱਤੀ ਜਿੱਥੇ ਮੁਸਲਮਾਨ ਆਬਾਦੀ ਜ਼ਿਆਦਾ ਸੀ, ਉਹ ਜਿੱਤ ਕੇ ਪਾਰਲੀਮੈਂਟ ਚਲਾ ਗਿਆ। ਇੱਦਾਂ ਦੀਆਂ ਖੇਡਾਂ ਕਈ ਵਾਰੀ ਹੋਈਆਂ ਨੇ।
ਹੁਣ ਜਿਸ ਤਰ੍ਹਾਂ ਕੰਗਣਾ ਰਣੌਤ ਨੂੰ ਅਸੀਂ ਪਿਛਲੇ ਸਮੇਂ 'ਚ ਵੇਖਦੇ ਰਹੇ, ਉਹ ਲਗਾਤਾਰ ਟਿੱਪਣੀਆਂ ਕਰਦੀ ਹੈ, ਬੋਲਦੀ ਹੈ ਤੇ ਬਹੁਤ ਜ਼ਿਆਦਾ ਬੋਲਦੀ ਹੈ ਜੀ। ਕਿਸੇ ਦੀ ਕੋਈ ਇੱਜ਼ਤ ਉੱਜ਼ਤ ਦਾ ਲੋੜ ਨਹੀਂ ਵੇਖਦੀ, ਪੁੱਠਾ ਸਿੱਧਾ ਵੀ ਬੋਲ ਜਾਂਦੀ ਹੈ। ਇਹਦੇ ਉੱਤੇ ਉਹਨੇ ਪਿਛਲੇ ਦਿਨਾਂ 'ਚ ਸੁਸ਼ਾਂਤ ਸਿੰਘ ਰਾਜਪੂਤ ਵਾਲੇ ਕੇਸ ਨੂੰ ਲੈ ਕੇ ਮਹਾਰਾਸ਼ਟਰ ਦੀ ਪੁਲਿਸ ਦੇ ਖਿਲਾਫ ਬਹੁਤ ਟਿੱਪਣੀਆਂ ਕੀਤੀਆਂ ਜੀ। ਕਰਨ ਦਾ ਹੱਕ ਅਸੀਂ ਕਿਹੜਾ ਨਹੀਂ ਕਰਦੇ। ਇਹਦੇ ਤੋਂ ਮਹਾਰਾਸ਼ਟਰ ਦੇ ਵਿੱਚ ਰਾਜ ਚੱਲਦਾ, ਜਿਹੜਾ ਸਰਕਾਰ ਦਾ ਮੁਖੀ ਹੈ ਸ਼ਿਵ ਸੈਨਾ ਦਾ ਪ੍ਰਧਾਨ ਉद्धਵ ਠਾਕਰੇ, ਤੇ ਉਹਦਾ ਸਭ ਤੋਂ ਨੇੜਲਾ ਬੰਦਾ ਸੰਜੇ ਰਾਉਤ ਹੈ, ਜਿਹੜਾ ਉਹਨਾਂ ਦੀ ਅਖਬਾਰ ਸਾਮਨਾ ਦਾ ਵੀ ਐਡੀਟਰ ਹੈ ਤੇ ਪਾਰਲੀਮੈਂਟਰੀ ਗਰੁੱਪ ਦਾ ਵੀ ਲੀਡਰ ਹੈ। ਉਹ ਫਿਰ ਕੰਗਣਾ ਰਣੌਤ ਨੂੰ ਪੈ ਗਿਆ ਕਿ ਤੂੰ ਕੌਣ ਹੈ ਇੱਥੇ ਇਦਾਂ ਦੀਆਂ ਗੱਲਾਂ ਕਰਨ ਵਾਲੀ, ਤੂੰ ਫਿਰ ਮੁੰਬਈ 'ਚ ਆਵੀਂ ਵੇਖਾਂਗੇ। ਤੇ ਉਹ ਕਹਿੰਦੀ ਮੈਂ ਆ ਰਹੀ ਹਾਂ 9 ਤਰੀਕ ਨੂੰ, ਕਰ ਲਿਓ ਜੋ ਕਰਨਾ। ਕਰ ਲਿਓ ਜੋ ਕਰਨਾ ਨਹੀਂ, ਕੁੜੀ ਨੇ ਲਫ਼ਜ਼ ਜਿਹੜੇ ਵਰਤੇ ਨਾ, ਇੱਦਾਂ ਦੇ ਲਫ਼ਜ਼ ਵਰਤਣ ਲੱਗਿਆ ਮੁੰਡੇ ਵੀ ਝਿਜਕ ਜਾਂਦੇ ਆ ਜੀ ਜੀ। ਪਰ ਉਹਨੇ ਵਰਤ ਲਏ। ਉਹਦੇ ਤੋਂ ਬਾਅਦ ਫਿਰ ਉਹ ਲਗਾਤਾਰ ਉਹਨਾਂ ਨਾਲ ਟਕਰਾਅ 'ਚ। ਬੀਜੇਪੀ ਦੇ 2-3 ਬੁਲਾਰੇ, ਖਾਸ ਤੌਰ ਤੇ ਸੰਬਿਤ ਪਾਤਰਾ ਇਹੋ ਜਿਹੇ ਮਾਮਲਿਆਂ 'ਚ ਬੋਲਦੇ ਹੁੰਦਾ ਜੀ ਜੀ, ਉਹ ਵੀ ਉਹਦੇ ਪੱਖ 'ਚ ਆ ਗਿਆ। ਅੱਜ ਬੀਜੇਪੀ ਨੇ ਕੇਂਦਰ ਸਰਕਾਰ ਵੱਲੋਂ ਉਹਨੂੰ ਵਾਈ ਕੈਟਾਗਰੀ ਸਿਕਿਉਰਿਟੀ ਦੇਤੀ ਹੈ। ਇਹਦਾ ਮਤਲਬ ਕਿ ਉਹਨੂੰ ਇੱਕ ਚਾਬੀ ਲਾਤੀ ਆ ਕਿ ਹੁਣ ਤੂੰ ਸ਼ਿਵ ਸੈਨਾ ਵਾਲਿਆਂ ਦੇ ਗਲ ਪੈ ਜਾ ਜੀ। ਤੇ ਇਸ ਚਾਬੀ ਦੇ ਵਿੱਚੋਂ ਇਹ ਨਿਕਲਦਾ ਕਿ ਚਾਬੀ 'ਚੋਂ ਚੋਣਾਂ ਤੱਕ ਅਗਲੀ ਵਾਰੀ ਹੁਣ ਜਿਹੜੇ ਪੁਰਾਣੇ ਕਲਾਕਾਰ ਆ ਉਹ ਥੋੜ੍ਹੇ ਜਿਹੇ ਸਲਾਬੇ ਜਾਂਦੇ ਆ ਨਾ ਕਈ ਵਾਰੀ ਸਮਾਂ ਪਾ ਕੇ ਕੁਛ ਲੋਕ ਤੇ ਜਿਹੜਾ ਉਹਨਾਂ ਨੇ ਵਜਕਾ ਬਣਾਇਆ ਹੁੰਦਾ ਉੱਚੀ ਉੱਚੀ ਬੋਲ ਕੇ, ਬਹੁਤ ਜ਼ਿਆਦਾ ਬੋਲ ਕੇ, ਤਿੱਖਾ ਬੋਲ ਕੇ, ਉਹ ਵਜਕਾ ਉਹਨਾਂ ਦਾ ਮੁੜ ਕੇ ਕਾਇਮ ਨਹੀਂ ਰਹਿ ਜਾਂਦਾ ਜੀ। ਜਦੋਂ ਉਹਨਾਂ ਦਾ ਵਜਕਾ ਕਾਇਮ ਨਹੀਂ ਰਹਿ ਜਾਂਦਾ ਫਿਰ ਉਹਨਾਂ ਦੀ ਥਾਂ ਤੇ ਉਹਨਾਂ ਵਰਗਾ ਜਾਂ ਉਹਨਾਂ ਤੋਂ ਵੱਧ ਤਿੱਖਾ ਬੋਲਣ ਵਾਲਾ ਕੋਈ ਚਾਹੀਦਾ ਹੁੰਦਾ। ਇਹ ਬੀਬੀ ਜਿਹੜੀ ਆ ਉਹਨਾਂ ਤੋਂ ਵੱਧ ਤਿੱਖਾ ਬੋਲਦੀ ਹੈ ਜੀ ਜੀ। ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ, ਭਗਵੰਤ ਮਾਨ ਹੈ ਨਾ ਆਪਣਾ ਪਾਰਲੀਮੈਂਟ ਮੈਂਬਰ ਜੀ ਜੀ, ਉਹਦੀ ਮਾਤਾ ਵਿਚਾਰੀ ਬੜੇ ਸਿੱਧੇ ਸੁਭਾਅ ਦੀ ਹੈ। ਉਹਨੂੰ ਜਿੰਨੀਆਂ ਫਿਲਮਾਂ ਹੀਰੋਇਨਾਂ ਨਾਂ ਨਹੀਂ ਯਾਦ ਰੱਖਦੀ ਜੀ ਜੀ, ਉਹ ਸਾਰੀਆਂ ਨੂੰ ਹੇਮਾ ਮਾਲਿਨੀ ਕਹਿੰਦੀ ਹੈ। ਤੇ ਫਿਰ ਕਹਿੰਦੀ ਪਤਾ ਕੀ ਹੈ ਜੀ, ਆਹ ਜਿਹੜੀ ਨਵੀਂ ਹੇਮਾ ਮਾਲਿਨੀ ਹੈ ਨਾ ਇਹ ਤਾਂ ਬਿਲਕੁਲ ਹੇਮਾ ਮਾਲਿਨੀ ਨਾਲੋਂ ਵੀ ਵਧੀਆ ਨੱਚਦੀ ਹੈ। ਆਹ ਹੇਮਾ ਮਾਲਿਨੀ ਨਾਲੋਂ ਵਧੀਆ ਨੱਚਦੀ ਹੈ ਜੀ। ਹੁਣ ਕੰਗਣਾ ਰਣੌਤ ਜਦੋਂ ਬੋਲਦੀ ਹੈ ਤੇ ਉਸ ਕੰਗਣਾ ਰਣੌਤ ਨੂੰ ਤੁਸੀਂ ਧਿਆਨ ਨਾਲ ਮਤਲਬ ਸੁਣੋ ਜੀ। ਉਹ ਆਪਣੇ ਤੋਂ ਪਹਿਲੀਆਂ ਜਿਹੜੀਆਂ 4-5 ਸੀ ਜਿਹੜੀਆਂ ਬੋਲਦੀਆਂ ਦੀਆਂ ਸੀ ਜੀ, ਬਹੁਤ ਜ਼ਿਆਦਾ ਬੋਲਦੀਆਂ ਸੀ, ਉਹਨਾਂ ਦਾ ਰਿਕਾਰਡ ਤੋੜਦੀ ਜਾਂਦੀ ਹੈ। ਇਹਦੇ 'ਚੋਂ ਇਹ ਲੱਗਦਾ ਕਿ ਅਗਲੀ ਵਾਰੀ ਚੋਣਾਂ 'ਚ ਫਿਰ ਲੱਗਦਾ ਕਿ ਦਿੱਲੀ ਦੀ ਟਿਕਟ ਮਿਲ ਜੂਗੀ। ਨਹੀਂ ਵੈਸੇ ਵੀ ਬੀਜੇਪੀ ਦਾ ਤਾਂ ਰਿਕਾਰਡ ਹੀ ਹੈ ਕਿ ਵੀ ਉਹ ਫਿਲਮੀ ਕਲਾਕਾਰ ਹੋ ਗਏ, ਕੋਈ ਕ੍ਰਿਕਟ ਖਿਡਾਰੀ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦੇ ਬੰਦੇ, ਨਾਟਕਾਂ ਵਾਲੇ ਹੋ ਗਏ, ਟੀਵੀ ਸੀਰੀਅਲ ਵਾਲੇ ਹੋ ਗਏ। ਨਹੀਂ ਜਦੋਂ ਕਾਂਗਰਸ ਦਾ ਰਾਜ ਸੀ ਉਹ ਵੀ ਲਿਆਉਂਦੀ ਰਹੀ। ਅਮਿਤਾਭ ਬੱਚਨ ਨੂੰ ਪਾਰਲੀਮੈਂਟ ਮੈਂਬਰ ਬਣਾਇਆ ਸੀ ਰਾਜੀਵ ਗਾਂਧੀ ਨੇ ਜੀ। ਗੋਵਿੰਦਾ ਆਇਆ ਸੀ, ਰਜੇਸ਼ ਖੰਨਾ ਬਣਾਇਆ ਸੀ ਜੀ। ਸੰਜੇ ਦੱਤ ਦੀ ਭੈਣ ਪ੍ਰਿਆ ਨੂੰ ਲਿਆਉਣਾ ਤਾਂ ਸੰਜੇ ਦੱਤ ਨੂੰ ਸੀ, ਸੰਜੇ ਤੇ ਕੇਸ ਬਣ ਗਏ ਜੀ। ਇਹਨਾਂ ਦੋਵਾਂ ਤੋਂ ਪਹਿਲਾਂ ਇਹਨਾਂ ਦਾ ਬਾਪ ਸੁਨੀਲ ਦੱਤ ਸੀ, ਉਹਨੂੰ ਲਿਆਂਦਾ ਸੀ ਜੀ। ਕਿੰਨੇ ਲਿਆਂਦੇ ਸੀ ਇਹਨਾਂ ਨੇ ਜੀ ਜੀ, ਗਾਇਕਾਂ ਵਿੱਚੋਂ ਵੀ ਮੁਹੰਮਦ ਸਦੀਕ ਨਹੀਂ ਲਿਆਂਦਾ ਇਹਨਾਂ ਨੇ, ਬਿਲਕੁਲ ਸਹੀ, ਬਹੁਤ ਸਾਰੇ ਇਹਨਾਂ ਨੇ ਲਿਆਂਦੇ ਨੇ ਪਰ ਕਦੇ ਕਦੇ ਬਾਜੀ ਪੁੱਠੀ ਪੈ ਜਾਂਦੀ ਹੈ। ਇੱਕ ਵਾਰੀ ਇਹਨਾਂ ਨੇ ਮੁਕਾਬਲਾ ਕਰਾਤਾ, ਉਹ ਰਾਮਾਇਣ ਸੀਰੀਅਲ ਚੱਲਦਾ ਪਿਆ ਸੀ, ਇਹਨਾਂ ਨੇ ਰਾਮ ਨੂੰ ਖੜਾ ਕਰਤਾ, ਦੂਜਾ ਰਾਵਣ ਨੂੰ ਖੜਾ ਕਰਤਾ, ਜਿਹੜਾ ਰਾਮ ਹਾਰ ਗਿਆ ਉਦੋਂ ਰਾਵਣ ਜਿੱਤ ਗਿਆ ਜੀ। ਉਹ ਜਿਹੜੀ ਸੀਤਾ ਸੀ ਉਹ ਦੀਪਿਕਾ ਚਖਾਲੀਆ ਸੀ, ਕੁੜੀ ਗੁਜਰਾਤ ਦੀ ਜੀ, ਉਹਨੂੰ ਇਹਨਾਂ ਨੇ ਖੜੇ ਕਰ ਦਿੱਤਾ ਚੋਣ 'ਚ ਭਾਜਪਾ ਵਾਲਿਆਂ ਨੇ। ਉਹ ਜਿੱਥੇ ਜਾਂਦੀ ਸੀ ਸੀਤਾ ਮਾਤਾ ਵਾਲਾ ਉਹੋ ਹੀ ਤਾਜ ਜਿਹਾ ਪਹਿਨ ਕੇ ਤੇ ਉਹ ਜਾਂਦੀ ਸੀ ਤੇ ਬੀਬੀਆਂ ਵੋਟਾਂ ਦੀ ਗੱਲ ਕਰਨ ਤੋਂ ਪਹਿਲਾਂ ਉਹਦੇ ਪੈਰੀਂ ਹੱਥ ਲਾਈ ਜਾਂਦੀਆਂ ਸੀ ਤੇ ਜਿੱਤ ਗਈ। ਤੇ ਉਹਨਾਂ ਚੋਣਾਂ ਦੌਰਾਨ ਇਹ ਗੱਲ ਮੈਂ ਲਿਖੀ ਸੀ ਕਿ ਦੀਪਿਕਾ ਚਖਾਲੀਆ ਸਿਰਫ ਰਾਮਾਇਣ ਸੀਰੀਅਲ ਦੇ ਵਿੱਚ ਭਗਵਾਨ ਰਾਮ ਦੀ ਪਤਨੀ ਤੇ ਲਵ ਕੁਸ਼ ਦੀ ਮਾਤਾ ਹੀ ਨਹੀਂ ਜੀ। ਇਹਦੇ ਤੋਂ ਬਾਅਦ ਟੀਪੂ ਸੁਲਤਾਨ ਜਿਹੜਾ ਸੀਰੀਅਲ ਆਇਆ ਸੀ ਉਹਦੇ 'ਚ ਉਸ ਜਿਹੜਾ ਮੁਸਲਮਾਨ ਮੁੰਡਾ ਟੀਪੂ ਸੁਲਤਾਨ ਆ ਜੀ, ਉਹਦੀ ਅੰਮੀ ਜਾਨ ਵੀ ਇਹੋ ਬਣੀ ਸੀ ਜੀ। ਉਹ ਟੀਪੂ ਸੁਲਤਾਨ ਦੀ ਅੰਮੀ ਜਾਨ ਬਣੇ, ਇਹ ਗੱਲ ਭੁਲਾਤੀ ਗਈ। ਲਵ ਕੁਸ਼ ਦੀ ਮਾਤਾ ਭਗਵਾਨ ਰਾਮ ਦੀ ਪਤਨੀ ਸੀਤਾ ਮਾਤਾ ਕਹਿ ਕੇ ਸਭ ਥਾਵਾਂ ਤੋਂ ਮੱਥੇ ਵੀ ਟਿਕਾਤੇ, ਵੋਟਾਂ ਵੀ ਲੈ ਲਈਆਂ। ਇਹ ਕੰਮ ਉਹਨਾਂ ਵੀ ਕੀਤਾ ਸੀ। ਅੱਜ ਜਦੋਂ ਅਸੀਂ ਵੇਖਦੇ ਹਾਂ ਸਾਧਾਂ ਨੂੰ, ਸੰਤਾਂ ਨੂੰ, ਸਾਧਵੀਆਂ ਨੂੰ ਅੱਗੇ ਸ਼ਿੰਗਾਰ ਕੇ ਲਿਆਂਦਾ ਜਾਂਦਾ, ਸਾਡੇ ਪੰਜਾਬ ਵਿੱਚ ਵੀ ਡੇਰੇਦਾਰਾਂ ਤੇ ਡੇਰੇਦਾਰਨੀਆਂ ਨੂੰ ਟਿਕਟਾਂ ਦੇ ਦੇ ਕੇ ਚੰਗੇ ਹੋਣ ਬੰਦੇ ਹੋਣ, ਜੇ ਨਾਲ ਨਿਭ ਗਏ ਠੀਕ ਆ, ਨਹੀਂ ਨਿਭੇ ਤੇ ਉਹਨਾਂ ਦੇ 2-4 ਕੇਸ ਕੱਢ ਲਓ, ਜਾਂ ਤਾਂ ਉਹ ਚੁੱਪ ਕਰਕੇ ਮਗਰ ਤੁਰਨ ਲੱਗ ਪੈਣਗੇ ਜਾਂ ਫਿਰ ਸ਼ੰਟ ਆਊਟ ਕਰਕੇ ਉਹ ਪਰਲੇ ਪਾਸੇ ਕੂੜੇ ਸੁੱਟ ਦਿਆਂਗੇ ਜੀ। ਇਹ ਇੱਥੇ ਵੀ ਚੱਲਦਾ ਪਿਆ। ਬਿਲਕੁਲ ਸਹੀ। ਰਹਿਮਾਨ ਸਾਹਿਬ ਕਹਿੰਦੇ ਆ ਕਿ ਜਿਹੜੀਆਂ ਟਿਕਟਾਂ ਪਿਛਲੇ ਸਮੇਂ ਦੇ ਵਿੱਚ ਲੋਕਾਂ ਬੁੱਕ ਕਰਵਾਈਆਂ ਸੀ ਹਵਾਈ ਟਿਕਟਾਂ, ਉਹ ਕਿਉਂਕਿ ਹੁਣ ਫਲਾਈਟਾਂ ਤਾਂ ਗਈਆਂ ਨਹੀਂ ਤੇ ਸਰਕਾਰ ਨੇ ਕਿਹਾ ਕਿ ਪੂਰਾ ਰਿਫੰਡ ਦੇਵਾਂਗੇ ਜੀ। ਦੇਖੋ ਸਰਕਾਰ ਨੇ ਇਹ ਤਜਵੀਜ਼ ਜਿਹੜੀ ਆ ਹਲਫੀਆ ਬਿਆਨ ਜਿਹੜਾ ਸਾਡਾ ਡਾਇਰੈਕਟੋਰੇਟ ਜਨਰਲ ਸਿਵਲ ਐਵੀਏਸ਼ਨ ਦਾ ਜੀ, ਉਹਦੇ ਉੱਪਰ ਜਿਹੜਾ ਭਾਰਤ ਸਰਕਾਰ ਦਾ ਸਿਵਲ ਐਵੀਏਸ਼ਨ ਦਾ ਮਹਿਕਮਾ ਉਹਦੇ ਸੈਕਟਰੀ ਨੇ ਇੱਕ ਐਫੀਡੇਵਿਟ ਦਿੱਤਾ ਅਦਾਲਤ ਵਿੱਚ
ਤੇ ਉਹਨਾਂ ਨੇ ਆਖਿਆ ਇਹ ਆ ਕਿ ਜਿਨ੍ਹਾਂ ਲੋਕਾਂ ਨੇ ਟਿਕਟਾਂ ਬੁੱਕ ਕਰਾਈਆਂ ਸਨ ਤੇ ਟਿਕਟਾਂ ਦੀਆਂ ਤਰੀਕਾਂ ਕਰੋਨਾ ਵਾਇਰਸ ਦੇ ਸੰਕਟ ਦੇ ਦਿਨਾਂ ਵਿੱਚ ਆਉਂਦੀਆਂ ਸਨ ਤੇ ਫਲਾਈਟਾਂ ਬੰਦ ਹੋਣ ਕਰਕੇ ਉਹ ਜਾ ਨਹੀਂ ਸਕੇ ਜੀ ਉਹਨਾਂ ਸਾਰੇ ਲੋਕਾਂ ਨੂੰ ਉਹਨਾਂ ਟਿਕਟਾਂ ਦਾ, ਭਾਵੇਂ ਉਹ ਡੋਮੈਸਟਿਕ ਆ ਯਾਨੀ ਦੇਸ਼ ਦੇ ਅੰਦਰ ਅੰਦਰ ਘੁੰਮਣ ਵਾਸਤੇ, ਭਾਵੇਂ ਉਹ ਇੰਟਰਨੈਸ਼ਨਲ ਅਮਰੀਕਾ, ਕੈਨੇਡਾ, ਜਰਮਨੀ, ਫਰਾਂਸ ਤੇ ਨਿਊਜ਼ੀਲੈਂਡ ਦੀਆਂ ਨੇ, ਉਹਨਾਂ ਸਾਰਿਆਂ ਨੂੰ ਹਰ ਏਅਰਲਾਈਨ, ਭਾਰਤੀ ਏਅਰਲਾਈਨ ਵੀ ਤੇ ਜਿਹੜੀ ਵਿਦੇਸ਼ੀ ਏਅਰਲਾਈਨ ਭਾਰਤ ਵਿੱਚ ਆਪਰੇਟ ਕਰਦੀ ਆ ਜੀ ਇੱਥੇ ਆਉਂਦੀ ਆ ਤੇ ਇੱਥੋਂ ਸਵਾਰੀਆਂ ਲਿਜਾਂਦੀ ਆ, ਉਹ ਸਾਰੀਆਂ ਉਹਨਾਂ ਲੋਕਾਂ ਨੂੰ ਟਿਕਟਾਂ ਦਾ ਰਿਫੰਡ ਦੇਣਗੀਆਂ। ਇਹ ਨੰਬਰ 1। ਨੰਬਰ 2 ਇਹ ਆ ਕਿ ਜਿਹੜੇ ਲੋਕ, ਜਿਹੜੀਆਂ ਏਅਰਲਾਈਨਾਂ ਕਹਿੰਦੀਆਂ ਕਿ ਸਾਡੇ ਕੋਲ ਤੇ ਪੈਸੇ ਹੀ ਨਹੀਂ, ਅਸੀਂ ਤਾਂ ਮਾਰੇ ਗਏ ਜੀ, ਘਾਟਾ ਪੈ ਗਿਆ, ਅਸੀਂ ਰਿਫੰਡ ਨਹੀਂ ਦੇ ਸਕਦੇ, ਉਹਨਾਂ ਵਾਸਤੇ ਦੂਸਰੀ ਤਜਵੀਜ਼ ਹੈ ਕਿ ਤੁਸੀਂ ਟਿਕਟਾਂ ਦਾ ਰਿਫੰਡ ਨਾ ਦਿਓ, ਅਗਲੇ ਸਾਲ ਤੱਕ ਜਦ ਤੱਕ ਫਲਾਈਟਾਂ ਚੱਲਦੀਆਂ ਨਹੀਂ, ਫਲਾਈਟਾਂ ਚੱਲੀਆਂ ਤੱਕ ਉਹਨਾਂ ਲੋਕਾਂ ਨੂੰ ਇੱਕ ਕ੍ਰੈਡਿਟ ਸ਼ੈੱਲ ਦੇ ਦਿਓ। ਕ੍ਰੈਡਿਟ ਸ਼ੈੱਲ ਦਾ ਮਤਲਬ ਹੈ ਕਿ ਇੱਕ ਕਿਸਮ ਦਾ ਤੁਸੀਂ ਉੱਕਾ ਪੁੱਕਾ ਚੈੱਕ ਉਹਨਾਂ ਨੂੰ ਦੇ ਦਿੱਤਾ ਕਿ ਉਹ ਜਦੋਂ ਚਾਹੁਣ, ਜਿਹੜੀ ਫਲਾਈਟ 'ਤੇ ਚਾਹੁਣ, ਉਨੇ ਪੈਸਿਆਂ ਦਾ ਉਹ ਸਫ਼ਰ ਕਰ ਸਕਦੇ ਆ, ਕਿਸੇ ਪਾਸੇ ਵੀ ਉਹ ਟਰੈਵਲ ਕਰ ਸਕਦੇ ਆ। ਜੇ ਉਹ ਟਰੈਵਲ ਨਾ ਕਰਨਾ ਚਾਹੁਣ ਜਾਂ ਉਹਨਾਂ ਦਾ ਕੋਈ ਪ੍ਰੋਗਰਾਮ ਹੀ ਨਹੀਂ ਬਣਦਾ ਤੇ ਫਿਰ ਪੈਸੇ ਮਾਰੇ ਨਹੀਂ ਜਾਣਗੇ ਜੀ। ਫਿਰ ਇਹ ਆਖਿਆ ਕਿ ਜੇ ਉਹ ਚਾਹੁਣ ਆਪਣਾ ਸ਼ੈੱਲ, ਟਿਕਟ ਮੇਰੀ ਹੈ, ਰਿਫੰਡ ਮੈਨੂੰ ਕੰਪਨੀ ਦੇਣ ਨਹੀਂ ਜੋਗੀ। ਸਰਕਾਰ ਨੇ ਕਿਹਾ ਤੁਸੀਂ ਜਤਿੰਦਰ ਪੰਨੂ ਨੂੰ ਇਹਦਾ ਕ੍ਰੈਡਿਟ ਸ਼ੈੱਲ ਦੇ ਦਿਓ ਜੀ। ਮੈਂ ਕ੍ਰੈਡਿਟ ਸ਼ੈੱਲ ਲੈ ਲਿਆ, ਨਾ ਮੈਂ ਉਹਨਾਂ ਦਿਨਾਂ 'ਚ ਅਮਰੀਕਾ ਜਾਣਾ, ਨਾ ਮੈਂ ਉਹਨਾਂ ਦਿਨਾਂ 'ਚ ਕਰਨਾਟਕਾ ਜਾਣਾ। ਮੈਨੂੰ ਅਚਾਨਕ ਪਤਾ ਲੱਗਦਾ ਕਿ ਗੁਰਪ੍ਰੀਤ ਸੰਧਾਵਾਲੀਆ ਜਾ ਰਿਹਾ ਜੀ। ਮੈਂ ਆਪਣਾ ਕ੍ਰੈਡਿਟ ਸ਼ੈੱਲ ਗੁਰਪ੍ਰੀਤ ਸੰਧਾਵਾਲੀਆ ਨੂੰ ਟ੍ਰਾਂਸਫਰ ਵੀ ਕਰ ਸਕਦਾ ਤਾਂ ਕਿ ਤੁਸੀਂ ਇਹਨਾਂ ਪੈਸਿਆਂ 'ਚ ਤੁਸੀਂ ਚੱਲ ਜਾਓ। ਮੇਰੀ ਮਰਜ਼ੀ ਹੈ ਤੁਹਾਡੇ ਨਾਲ ਭਾਈਵਾਲੀ, ਤੁਹਾਨੂੰ ਮੁਫਤ ਆਪਣਾ ਸ਼ੈੱਲ ਦੇ ਦਿਆਂ। ਜੀ ਜੀ। ਮੇਰੀ ਮਰਜ਼ੀ ਹੈ ਤੁਹਾਨੂੰ ਆਖਾਂ ਕਿ ਪੈਸੇ ਤਾਂ ਖੱਟਣੇ ਸੀ, ਮੇਰੇ ਖਰਚੇ ਹੋਏ, ਮੇਰੇ ਬਚ ਜਾਣਗੇ, ਤੁਹਾਡੇ ਤੇ ਉਹਨੇ ਲੱਗਣੇ, ਆਪਸ ਵਿੱਚ ਭਾਈਵਾਲੀ 'ਚ ਕੋਈ ਰਾਹ ਕੱਢ ਲਿਆ ਜਾਵੇ। ਬਿਲਕੁਲ ਸਹੀ। ਇਹ ਇੱਕ ਨਵਾਂ ਫਾਰਮੂਲਾ ਭਾਰਤ ਸਰਕਾਰ ਨੇ ਕੀਤਾ। ਮੈਨੂੰ ਨਹੀਂ ਪਤਾ ਕਿ ਅਜੇ ਤੱਕ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨੇ ਇਸ ਤਰ੍ਹਾਂ ਦਾ ਕੋਈ ਫਾਰਮੂਲਾ ਪੇਸ਼ ਕੀਤਾ ਕਿ ਨਹੀਂ ਕੀਤਾ, ਪਰ ਸਾਰੀਆਂ ਡੋਮੈਸਟਿਕ ਫਲਾਈਟਸ ਵਾਸਤੇ, ਦੇਸ਼ ਦੇ ਅੰਦਰ ਦੀਆਂ ਦੇ, ਸਾਰੀਆਂ ਇੰਟਰਨੈਸ਼ਨਲ ਫਲਾਈਟਸ ਵਾਸਤੇ, ਔਰ ਸਾਰੀਆਂ ਏਅਰਲਾਈਨਾਂ, ਭਾਵੇਂ ਉਹ ਭਾਰਤੀ ਨੇ ਤੇ ਭਾਵੇਂ ਦੂਸਰਿਆਂ ਦੀਆਂ ਏਅਰਲਾਈਨਾਂ ਜਿਹੜੀਆਂ ਭਾਰਤ ਵਿੱਚ ਆਉਂਦੀਆਂ ਜਾਂਦੀਆਂ ਨੇ, ਉਹਨਾਂ ਵਾਸਤੇ ਇਹ ਫਾਰਮੂਲਾ ਭਾਰਤ ਸਰਕਾਰ ਨੇ ਪੇਸ਼ ਕਰ ਦਿੱਤਾ। ਅਜੇ ਇਹਦੇ ਉੱਤੇ ਅੰਤਮ ਫੈਸਲਾ ਨਹੀਂ ਹੋਇਆ, ਪਰ ਕਿਉਂਕਿ ਭਾਰਤ ਸਰਕਾਰ ਨੇ ਐਫੀਡੇਵਿਟ ਦੇ ਦਿੱਤਾ, ਏਅਰਲਾਈਨਾਂ ਵੱਲੋਂ ਵਿਰੋਧ ਦੀ ਗੁੰਜਾਇਸ਼ ਘੱਟ ਹੈ, ਇਹ ਕਰਨ ਵੀ ਤੇ ਅਦਾਲਤ ਸ਼ਾਇਦ ਮੰਨੂਗੀ ਨਹੀਂ ਜੀ। ਲੱਗਦਾ ਇਹ ਆ ਕਿ ਅਗਲਿਆਂ ਦਿਨਾਂ 'ਚ ਫਾਰਮੂਲਾ ਲਾਗੂ ਹੋ ਜਾਣਾ ਤੇ ਇਹਦੇ ਉੱਤੇ ਅਮਲ ਵੀ ਹੋ ਜਾਵੇ। ਚਲੋ ਇੰਨੇ ਨਾਲ ਹੌਸਲਾ ਹੋ ਗਿਆ ਜਿਨ੍ਹਾਂ ਨੇ ਟਿਕਟਾਂ ਬੁੱਕ ਕਰਵਾਈਆਂ। ਤੇ ਮੈਂ ਪੁੱਛਣੀ ਚਾਹੁੰਦਾ ਸੀ ਗੱਲ ਅਗਲੀ ਕਿ ਜਿਹੜਾ ਹੁਣ ਟਰੰਪ ਸਾਹਿਬ ਨੇ ਜੀ, ਟਰੰਪ ਸਾਹਿਬ ਦੀ ਚੋਣ ਬੜੀ ਅਜੀਬੋ-ਗਰੀਬ ਹੋਈ ਜਾਂਦੀ ਹੈ। ਕਦੀ ਉਹ ਕਹਿੰਦਾ ਵੀ ਆਪਾਂ ਬੋਟ ਰੇਸ ਕਰਾਉਣੀ, ਕਿਸ਼ਤੀਆਂ ਦੀ ਰੈਲੀ, ਉਹਦੇ 'ਚੋਂ ਜਿੰਨੀਆਂ ਉਹਨੇ ਡੋਬ ਦਿੱਤੀਆਂ ਵੀ ਪਤਾ ਲੱਗ ਗਈ ਗੱਲ। ਪਰ ਹੁਣ ਜਿਹੜੀ ਇਹ ਗੱਲ ਸੁਣਨ 'ਚ ਆਉਂਦੀ ਕਿ ਉਸਾਮਾ ਬਿਨ ਲਾਦੇਨ ਦੀ ਭਤੀਜੀ ਕਹਿੰਦੀ ਹੈ ਕਿ ਜੇ ਅੱਤਵਾਦ ਨੂੰ ਕੋਈ ਰੋਕ ਸਕਦਾ ਤੇ ਉਹ ਟਰੰਪ ਰੋਕ ਸਕਦਾ, ਵੀ ਜੋ ਬਿਡਨ ਨੂੰ ਵੋਟਾਂ ਨਾ ਪਾਇਓ। ਇਸ ਚੀਜ਼ ਨੂੰ ਕਿਵੇਂ ਸਮਝਾਉਂਦੇ ਹੋ ਜੀ? ਅੱਤਵਾਦੀ ਦੀ ਭਤੀਜੀ ਇਹ ਕਹਿੰਦੀ ਕਿ ਅੱਤਵਾਦ ਰੋਕ ਸਕਦਾ ਟਰੰਪ ਜੀ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਟੱਬਰ ਇਕੱਠਾ ਹੋਵੇ ਜੀ। ਉਸਾਮਾ ਬਿਨ ਲਾਦਨ ਹੋਰੀ 54 ਜੀ ਭੈਣ ਭਰਾ ਸੀ ਜੀ ਜੀ। ਉਹਨਾਂ ਦੇ ਵਿੱਚੋਂ ਕੌਣ ਕਿੱਧਰ ਨੂੰ ਗਿਆ ਕੋਈ ਪਤਾ? ਕੋਈ ਵੀ ਕਿਸੇ ਪਾਸੇ ਜਾ ਸਕਦਾ। ਇੱਥੇ ਬੜੇ ਲੋਕ ਹੈ ਜਿਹੜੇ ਇੱਕ ਦੂਜੇ ਦੇ ਵਿਰੋਧ 'ਚ ਵੀ ਜਾਂਦੇ ਜੀ, ਭਰਾਵਾਂ ਨੂੰ ਭਰਾ ਵੀ ਮਾਰ ਦਿੰਦੇ। ਉਹਦਾ ਇੱਕ ਭਰਾ ਸੀ ਅਸਲਮ ਬਿਨ ਲਾਦਨ, ਉਹਨੇ ਕਿਸੇ ਸ਼ਾਇਦ ਰੂਸੀ ਕੁੜੀ ਸੀ ਜਿਹਦੇ ਨਾਲ ਵਿਆਹ ਕਰਾਇਆ ਸੀ। ਉਹਦੇ ਤੋਂ 2 ਧੀਆਂ ਨੇ, ਵਫਾ ਤੇ ਨਾਜ਼ੀਆ ਜੀ। ਉਹ ਜਿਹੜੀਆਂ ਕੁੜੀਆਂ ਨੇ ਹੁਣ ਉਹ ਬਾਪ ਦਾ ਕਰਕੇ ਮੁਸਲਮਾਨ ਨੇ, ਮਾਂ ਦਾ ਕਰਕੇ ਕ੍ਰਿਸਚਨ ਵੀ ਹੋ ਸਕਦੀਆਂ ਸੀ ਜੀ। ਇੱਥੇ ਬੜੇ ਲੋਕ ਆ। ਬਰਾਕ ਓਬਾਮਾ ਜਿਹੜਾ, ਇਹਦੀ ਮਾਂ ਕ੍ਰਿਸਚਨ ਸੀ, ਬਾਪ ਮੁਸਲਮਾਨ ਸੀ ਜੀ। ਉਹ ਪੂਰਾ ਨਾਂ ਲੈਣਾ ਹੋਵੇ ਤੇ ਕਹਿੰਦਾ ਬਰਾਕ ਹੁਸੈਨ ਓਬਾਮਾ, ਪਰ ਉੱਦਾਂ ਆਪਣੀ ਮਾਂ ਦਾ ਕਰਕੇ ਉਹ ਕਹਿੰਦਾ ਅਸੀਂ ਕ੍ਰਿਸਚਨ, ਉਹਦੀ ਮਰਜ਼ੀ ਹੈ ਕਿੱਥੇ ਜੀ ਜੀ। ਅੱਛਾ, ਇੱਥੇ ਕਈ ਲੋਕ ਹੋਰ ਨੇ, ਉਹ ਕੁੜੀਆਂ ਕਹਿੰਦੀਆਂ ਜੀ ਅਸੀਂ ਤਾਂ ਅੱਤਵਾਦ ਦੇ ਖਿਲਾਫ ਹੈ ਤੇ ਅਸੀਂ ਦੋਵੇਂ ਭੈਣਾਂ ਅਜੇ ਅਡਲਟ ਨਹੀਂ ਸੀ, ਬਹੁਤ ਛੋਟੀ ਉਮਰ ਸੀ ਜਦੋਂ ਅਸੀਂ ਆਪਣੇ ਘਰ 'ਚ ਅਮਰੀਕੀ ਝੰਡਾ ਲਾ ਲਿਆ ਸੀ, ਤੇ ਅੱਜ ਅਸੀਂ ਸਮਝਦੇ ਹਾਂ ਕਿ ਦੁਨੀਆ ਨੂੰ ਅਮਨ ਦੀ ਲੋੜ ਹੈ, ਅੱਤਵਾਦ ਰੋਕਣਾ ਚਾਹੀਦਾ, ਤੇ ਅੱਤਵਾਦ ਹੋਰ ਕੋਈ ਰੋਕ ਹੀ ਨਹੀਂ ਸਕਦਾ। ਜੇ ਕੋਈ ਰੋਕ ਸਕਦਾ ਤੇ ਸਖਤ ਮਿਜਾਜ, ਸਖਤ ਪੈਂਤਰੇ ਲੈਣ ਵਾਲਾ ਸਿਰਫ ਡੋਨਲਡ ਟਰੰਪ ਰੋਕ ਸਕਦਾ ਤੇ ਜੋ ਬਿਡਨ ਨਹੀਂ ਰੋਕ ਸਕਦਾ। ਉਸ ਕੁੜੀ ਨੇ ਇਹ ਗੱਲ ਇਸ ਵੇਲੇ ਚੋਣਾਂ ਦੇ ਮੌਕੇ ਕਿਉਂ ਆਖੀ? ਇਹ ਗੱਲ ਪਹਿਲਾਂ ਕਿਉਂ ਨਾ ਆਖੀ? ਇਹ ਸੋਚਣਾ ਪਊ ਜੀ। ਪਰ ਇਹਨੂੰ ਜੇ ਕੋਈ ਇਹ ਆਖੇ ਕਿ ਉਸਾਮਾ ਦੀ ਭਤੀਜੀ, ਉਸਾਮਾ ਦਾ ਟੱਬਰ ਤਾਂ ਹੁਣ ਪਹਿਲਾਂ ਤਾਂ 54 ਭਰਾ, ਉਹਨਾਂ 54 ਚੋਂ ਕਿਸੇ ਦੇ 5 ਬੱਚੇ, ਕਿਸੇ ਦੇ 15, ਪਤਾ ਨਹੀਂ ਕਿੰਨੇ ਕਿੰਨੇ ਆ।
ਇੱਕ ਪਿੰਡ ਤੇ ਉਹਨਾਂ ਦਾ ਹੀ ਬਣ ਜਾਂਦਾ, ਤੇ ਇਹਨਾਂ ਤੋਂ ਬਾਅਦ ਗਾ ਤੀਸਰੀ ਪੀੜ੍ਹੀ ਕਿੱਥੋਂ ਤੱਕ ਚਲੀ ਗਈ ਹੈ ਜੀ। ਉਹ ਇਹ ਸਾਰਿਆਂ ਦਾ ਜਿਹੜਾ ਕੀਤਾ ਕਤਰਿਆ ਨਾ ਉਸਾਮਾ ਨਾਲ ਜੋੜਿਆ ਜਾ ਸਕਦਾ, ਨਾ ਉਹਨਾਂ ਦੀ ਸੋਚ ਉਹਦੇ ਨਾਲ ਪੱਕੀ ਬੱਝੀ ਹੋ ਸਕਦੀ ਹੈ। ਹਰ ਇੱਕ ਦੀ ਆਪੋ ਆਪਣੀ ਵੱਖਰੀ ਹੋਂਦ ਆ, ਉਸ ਵੱਖਰੀ ਹੋਂਦ ਨੂੰ ਲੈਣਾ ਚਾਹੀਦਾ। ਇਹ ਉਹਦੇ ਨਾਲ ਨਹੀਂ ਜੋੜ ਕੇ ਵੇਖਿਆ ਜਾ ਸਕਦਾ। ਪਰ ਉੱਦਾਂ ਉਸ ਕੁੜੀ ਨੇ ਜਿਹੜਾ ਬਿਆਨ ਦਿੱਤਾ, ਉਹਨੇ ਸਾਰੇ ਅਮਰੀਕਾ 'ਚ ਤਰਥੱਲੀ ਮਚਾਤੀ ਆ ਕਿ ਉਹ ਟਰੰਪ ਦੇ ਪੱਖ 'ਚ ਕਿਉਂ ਬੋਲੀ। ਬਿਲਕੁਲ ਸਹੀ। ਨਹੀਂ ਪਰ ਇਹ ਜਦੋਂ ਵੋਟਾਂ ਦੇ ਦਿਨਾਂ 'ਚ ਆਪਾਂ ਇਹੋ ਜਿਹੀ ਗੱਲ ਸੁਣਦੇ ਆ, ਜਿੱਦਾਂ ਉਹ ਮੈਂ ਤੈਨੂੰ ਵੋਟ ਰੇਸ ਵਾਲੀ ਗੱਲ ਦੱਸਦਾ ਸੀਗਾ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕੱਲੀ ਵੋਟ ਰੇਸ ਦੀ ਗੱਲ ਹੈ ਜੀ। ਡੋਨਲਡ ਟਰੰਪ ਨੇ ਤਾਂ ਆਪਣੇ ਦੇਸ਼ ਦੇ ਚੋਣ ਪ੍ਰਬੰਧ ਦੇ ਉੱਤੇ ਸਾਰੇ ਸਿਸਟਮ ਤੇ ਹੀ ਕਿੰਤੂ ਕਰਤਾ ਜੀ। ਉਹਨੇ ਲੋਕਾਂ ਨੂੰ ਆਖਿਆ ਜੀ 2-2 ਵੋਟਾਂ ਪਾਓ, ਹਾਂਜੀ। ਇੱਕ ਤੇ ਬਾਹਰੋਂ ਇਲੈਕਟ੍ਰੋਨਿਕ ਵੋਟ ਪਾ ਦਿਓ, ਮੁੜ ਕੇ ਤੁਸੀਂ ਬੂਥ ਤੇ ਜਾ ਕੇ ਕਾਗਜ਼ ਵਾਲੀ ਵੋਟ ਵੀ ਪਾਓ ਜੀ। ਤੇ ਕਾਰਨ ਕੀ ਹੈ? ਕਹਿੰਦਾ ਮੈਨੂੰ ਸ਼ੱਕ ਹੈ ਕਿ ਸਾਡਾ ਪ੍ਰਬੰਧ ਠੀਕ ਨਹੀਂ, ਇਹਦੇ ਵਿੱਚ ਕਿਸੇ ਨੇ ਸੰਨ ਲਾਈ ਹੈ। ਉਹ ਸੰਨ ਜਿਹੜੀ ਲਾਈ ਹੈ ਉਹ ਰੂਸ ਨੇ ਵੀ ਲਾਈ ਹੋ ਸਕਦੀ ਹੈ, ਚੀਨ ਨੇ ਵੀ ਲਾਈ ਹੋ ਸਕਦੀ ਹੈ ਜੀ। ਤੇ ਤੁਸੀਂ ਇੱਕ ਦੇ ਬਜਾਏ 2-2 ਵੋਟਾਂ ਪਾਓ। ਜੇ ਤੇ ਪ੍ਰਬੰਧ ਇਦਾਂ ਦਾ ਹੀ ਹੋਇਆ ਤੇ ਤੁਹਾਡੀਆਂ 2 ਵੋਟਾਂ ਚੱਲ ਜਾਣਗੀਆਂ ਜੀ। ਤੇ ਜੇ ਪ੍ਰਬੰਧ ਇਦਾਂ ਦਾ ਨਾ ਹੋਇਆ, ਠੀਕ ਠਾਕ ਹੋਇਆ, ਤੇ ਪਤਾ ਲੱਗ ਜੂਗਾ ਕਿ ਇਲੈਕਟ੍ਰੋਨਿਕ ਵੋਟ ਪਈ ਆ ਤੇ ਤੁਸੀਂ ਦੂਸਰੀ ਵੋਟ ਪਾ ਹੀ ਨਹੀਂ ਸਕਦੇ। ਇਸ ਕਰਕੇ ਮੈਂ ਸਾਰਿਆਂ ਨੂੰ ਸੱਦਾ ਦਿੰਦਾ 2-2 ਵੋਟਾਂ ਪਾ ਲਓ। ਉਹਦਾ ਆਹ ਜਿਹੜਾ ਬਿਆਨ ਆਇਆ ਜੀ, ਇਹ ਦੁਨੀਆ ਦੇ ਕਈ ਦੇਸ਼ਾਂ 'ਚ ਗਿਆ। ਅਸੀਂ ਹੱਸਦੇ ਹਾਂ ਕਿ ਇਸ ਤਰ੍ਹਾਂ ਦਾ ਸੱਦਾ ਦੇਣਾ ਇਹ ਕਾਨੂੰਨ ਪੱਖੋਂ ਕਿੰਨਾ ਕੁ ਠੀਕ ਹੈ। ਜੇ ਕਿਸੇ ਦੇਸ਼ ਦਾ ਰਾਸ਼ਟਰਪਤੀ ਆਪ ਹੀ ਆਪਣੇ ਦੇਸ਼ ਦੇ ਪ੍ਰਬੰਧ ਦੇ ਉੱਤੇ ਭਰੋਸਾ ਪ੍ਰਗਟ ਨਹੀਂ ਕਰਦਾ ਤੇ ਬਾਹਰ ਦੇ ਲੋਕ ਕੀ ਕਰਨਗੇ? ਹੁਣ ਤੇ ਕਿਸੇ ਵੀ ਦੇਸ਼ ਦਾ ਰਾਸ਼ਟਰਪਤੀ ਇਹ ਕਹਿੰਦਾ ਨਾ ਮੇਰੇ ਦੇਸ਼ ਦੇ ਵਿੱਚ ਕੋਈ ਕੰਮ ਗਲਤ ਨਹੀਂ ਹੋ ਸਕਦਾ, ਇਸ ਗੱਲ ਦੀ ਜ਼ਿੰਮੇਵਾਰੀ ਮੈਂ ਲੈਣਾ। ਉਹ ਕਹਿੰਦਾ ਗਲਤ ਕੰਮ ਕਰੋ ਕਿਉਂਕਿ ਮੈਨੂੰ ਆਪਣੇ ਦੇਸ਼ ਦੇ ਸਿਸਟਮ ਤੇ ਯਕੀਨ ਨਹੀਂ। ਪਰ ਉਹ ਤਾਂ ਸਭ ਕੁਝ ਸੱਚ ਹੈ। ਤੇ ਉਸੇ ਤੇ ਉੱਪਰੋਂ ਬੀਬੀ ਕਹਿ ਰਹੀ ਹੈ ਵੀ ਸਭ ਤੋਂ ਮਜ਼ਬੂਤ ਜਿਹੜਾ ਰਾਸ਼ਟਰਪਤੀ ਹੋਏ ਹੈ, ਸਭ ਤੋਂ ਮਜ਼ਬੂਤ ਹੈ। ਸ਼ਾਇਦ ਇਸ ਕਰਕੇ ਮਜ਼ਬੂਤ ਹੈ ਕਿ ਉਹਦਾ ਇੱਕ ਮੀਟਰ ਚੱਲੀ ਜਾਂਦਾ, ਸਪੀਡੋਮੀਟਰ ਜਿਹੜਾ ਦੱਸੀ ਜਾਂਦਾ ਕਿ ਡੋਨਲਡ ਟਰੰਪ ਰੋਜ਼ ਦੇ ਕਿੰਨੇ ਝੂਠ ਬੋਲਦਾ। ਹੁਣ ਤੱਕ ਪਤਾ ਨਹੀਂ ਉਹ ਕਿੰਨੇ ਕੁ ਲੱਖ ਬੋਲ ਚੁੱਕਾ ਤੇ ਉਹਦੀ ਗਿਣਤੀ ਨਹੀਂ ਕੀਤੀ ਜਾ ਰਹੀ। ਉਹ ਸ਼ੋਸ਼ੇ ਛੱਡ ਬਹੁਤ ਮਾਹਰ ਹੈ ਜੀ। ਤੁਸੀਂ ਸਮਾਂ ਕੱਢਿਆ ਪੰਨੂ ਸਾਹਿਬ, ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।